ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਪਾਸ਼ ਦੀ 94ਵੀਂ ਕਵਿਤਾ। ਰਾਈਟਰ ਅਵਤਾਰ ਸਿੰਘ ਪਾਸ਼। ਤੀਸਰਾ ਮਹਾਯੁੱਧ। ਕਚਹਿਰੀਆਂ ਦੇ ਬਾਹਰ ਖੜ੍ਹੇ ਬੁੱਢੇ ਕਿਰਸਾਨ ਦੀਆਂ ਅੱਖਾਂ 'ਚ ਮੋਤੀਆ ਉਤਰ ਆਏਗਾ। ਸ਼ਾਮ ਤੱਕ ਹੋ ਜਾਏਗੀ ਧੌਲੀ। ਰੁਜ਼ਗਾਰ ਦਫ਼ਤਰ ਦੇ ਵਿਹੜੇ 'ਚ ਅੰਬ ਰਹੀ ਕੱਕੀ ਲੂਈ। ਬਹੁਤ ਛੇਤੀ ਭੁੱਲ ਜਾਏਗਾ ਪੁਰਾਣੇ ਢਾਬੇ ਦਾ ਨਵਾਂ ਨੌਕਰ। ਆਪਣੀ ਮਾਂ ਦੇ ਸਦਾ ਹੀ ਪੁੱਤ ਮੈਲੇ ਰਹਿਣ ਵਾਲੇ। ਪੌਣੇ ਦੀ ਮਿੱਠੀ ਮਹਿਕ ਢੂੰਡਦਾ ਰਹੇਗਾ ਕੰਢੇ ਸੜਕ ਦੇ ਉਹ ਨਿਮੋਝੂਣਾ ਜੋਤਸ਼ੀ। ਆਪਣੇ ਹੀ ਹੱਥ ਤੋਂ ਮਿੱਟੀ ਹੋਈ ਭਾਗ ਦੀ ਰੇਖਾ ਤੇ ਪੈਨਸ਼ਨ ਲੈਣ ਆਏ ਕਾਰ ਥਲ ਕੁਚਲੇ ਗਏ। ਪੁਰਾਣੇ ਫੌਜੀ ਦੀ ਟੁੱਟੀ ਹੋਈ ਸਾਈਕਲ ਤੀਸਰਾ ਮਹਾਯੁੱਧ ਲੜਨ ਦੀ ਸੋਚੇਗੀ। ਤੀਸਰਾ ਮਹਾਯੁੱਧ ਜੋ ਨਹੀਂ ਲੜਿਆ ਜਾਏਗਾ ਹੁਣ ਜਰਮਨੀ ਤੇ ਭਾੜੇ ਦੀਆਂ ਫੌਜਾਂ ਵਿਚਾਲੇ। ਤੀਸਰਾ ਮਹਾਯੁੱਧ ਹਿੱਕਾਂ 'ਚ ਖੁਰ ਰਹੀ ਜੀਣ ਦੀ ਬਾਦਸ਼ਾਹਤ ਲੜੇਗੀ। ਤੀਸਰਾ ਮਹਾਯੁੱਧ ਗੋਹੇ ਨਾਲ ਲਿਪੇ ਕੋਠਿਆਂ ਦੀ ਸਾਦਗੀ ਲੜੂ। ਤੀਸਰਾ ਮਹਾਯੁੱਧ ਝੱਗੇ ਤੋਂ ਧੁੱਪ ਨਾ ਸਕਣ ਵਾਲੇ ਬਰੋਜੇ ਦੇ ਛਿੱਟੇ ਲੜਨਗੇ। ਤੀਸਰਾ ਮਹਾਯੁੱਧ ਮੂਤ ਦੇ ਫੰਬੇ 'ਚ ਲਿਪਟੀ ਵੱਢੀ ਗਈ ਉਂਗਲ ਲੜੇਗੀ। ਬਣੇ ਸਵਰੇ ਜ਼ੁਲਮ ਦੇ ਚਿਹਰੇ ਉੱਤੇ ਲਿਸ਼ਕਦੀ ਨਜ਼ਾਕਤ ਦੇ ਖਿਲਾਫ ਧਰਤੀ ਨੂੰ ਕੈਦ ਕਰਨਾ ਚਾਹੁੰਦੇ ਚਾਬੀ ਦੇ ਛੱਲੇ ਖਿਲਾਫ। ਤੀਸਰਾ ਮਹਾਯੁੱਧ ਕਦੇ ਵੀ ਨਾ ਖੁੱਲ੍ਹਣ ਵਾਲੀ ਮੁੱਠ ਦੇ ਖਿਲਾਫ ਲੜਿਆ ਜਾਏਗਾ। ਤੀਸਰਾ ਮਹਾਯੁੱਧ ਕੁਲੀਆ ਸ਼ਾਮਾਂ ਦੇ ਪਿੰਡੇ 'ਤੇ ਰਿੰਗਣ ਵਾਲੇ ਭੂਚਰ ਜਿਹੇ ਕੰਡੇਰਨੇ ਦੇ ਖਿਲਾਫ ਲੜਿਆ ਜਾਏਗਾ। ਤੀਸਰਾ ਮਹਾਯੁੱਧ ਉਸ ਸਹਿਮ ਦੇ ਖਿਲਾਫ ਲੜਿਆ ਜਾਏਗਾ ਜਿਹਦਾ ਅਕਸ ਮੇਰੀ ਦੰਦੀਆਂ ਕੱਢਦੀ ਧੀ ਦੀਆਂ ਅੱਖਾਂ 'ਚ ਹੈ। ਤੀਸਰਾ ਮਹਾਯੁੱਧ ਕਿਸੇ ਖਸਤਾ ਜਿਹੇ ਖੀਸੇ 'ਚ ਮਚਕੋੜੇ ਗਏ ਨਿੱਕੇ ਜਿਹੇ ਸੰਸਾਰ ਲਈ ਜਾਏਗਾ ਲੜਿਆ। ਘਾਹ ਮੈਂ ਘਾਹ ਹਾਂ, ਮੈਂ ਤੁਹਾਡੇ ਹਰ ਕਿੱਤੇ ਕਿਰਾਏ 'ਤੇ ਉਗ ਆਵਾਂਗਾ। ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ 'ਤੇ। ਬਣਾ ਦਿਓ ਹਰ ਹੋਸਟਲ ਮਲਬੇ ਦੇ ਢੇਰ। ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ। ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ, ਹਰ ਚੀਜ਼ ਢੱਕ ਲਵਾਂਗਾ, ਹਰ ਢੇਰ 'ਤੇ ਉਗ ਆਵਾਂਗਾ। ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ। ਮੇਰੀ ਹਰਿਆਲੀ ਆਪਣਾ ਕੰਮ ਕਰੇਗੀ। 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ। ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ। ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕਿੱਤੇ ਕਿਰਾਏ 'ਤੇ ਉਗ ਆਵਾਂਗਾ। ਕਲਾਮ ਮਿਰਜ਼ਾ। ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ। ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਇੱਤਰ ਭਖਦੀ ਹੈ। ਤੇ ਸੁਣਿਆ ਮੇਰਾ ਵੀ ਕਤਲ ਇਤਿਹਾਸ ਦੇ ਆਉਂਦੇ ਸਫ਼ੇ 'ਤੇ ਲਿਖਿਆ ਹੈ। ਪਰ ਸ਼ਾਇਦ ਹੁਣ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ। ਹੋ ਸਕਦਾ ਹੈ ਕਿ ਤੈਨੂੰ ਕੱਢਣ ਤੋਂ ਪਹਿਲਾਂ ਮੈਨੂੰ ਰੋਟੀ ਉਧਾਲ ਲਏ ਤੇ ਜਾਂ ਮੈਂ ਜੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ ਜਾਗਦਾ ਹੀ ਵੱਢ ਦਿੱਤਾ ਜਾਵਾਂ। ਹੋ ਸਕਦਾ ਹੈ ਕਿ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ। ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿੱਚ ਮੇਰੇ ਜੰਮਣ ਤੋਂ ਬਹੁਤ ਪਹਿਲਾਂ ਹੀ ਬਣ ਚੁੱਕਿਆ ਸੀ ਤੇ ਪੀਲੂ ਸ਼ਾਇਰ ਅੱਜ ਕੱਲ੍ਹ ਵਿਸ਼ਵ ਵਿਦਿਆਲੇ ਨੌਕਰੀ 'ਤੇ ਲੱਗ ਗਿਆ ਹੈ। ਸ਼ਾਇਦ ਉਹ ਮੇਰੇ ਕਤਲ ਨੂੰ ਨਿਗੂਣੀ ਜਿਹੀ ਘਟਨਾ ਕਰਾਰ ਦੇਵੇ ਅਤੇ ਸ਼ਤਾਬਦੀਆਂ ਲਈ ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ ਤੇ ਪਹਿਲਾਂ ਵਾਂਗ ਹੁਣ ਕੁਝ ਵੀ ਨਾ ਹੋਵੇ। ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ ਜੋ 5 ਸਾਲਾਂ ਵਿੱਚ ਇੱਕੋ ਹੀ ਚੱਲਦਾ ਹੈ ਤੇ ਜਿਹਦੇ ਵੱਜਦਾ ਹੈ ਉਹ ਪਾਣੀ ਨਹੀਂ ਮੇਰਾ ਲਹੂ ਮੰਗਦਾ ਹੈ। ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ ਹਾਕਮਾਂ ਦੇ ਢਿੱਡ 'ਚ ਪਾਇਆ ਸੀ ਅਤੇ ਤੂੰ ਜਾਣਦੀ ਏਂ ਅਗਲੇ ਬਾਗ ਹਨ ਬੱਕੀ ਨਹੀਂ ਕਿ ਸਾਨੂੰ ਦਾਨਾਬਾਦ ਪਹੁੰਚਾਣ ਜਾਣ। ਸਮੇਂ ਦਾ ਗੇੜ ਹੁੰਦਾ ਐਤਕੀ ਤੂੰ ਬੇਵਫਾ ਨਹੀਂ ਬਣਦੀ। ਤੇ ਮੈਂ ਭਰਾਵਾਂ ਦੇ ਹੁੰਦੇ ਸੁਣਦੇ ਉਹਨਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ। ਐਸੇ ਲਈ ਮੈਂ ਕਹਿੰਦਾ ਹਾਂ ਕਿ ਸ਼ਾਇਦ ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ। ਉਂਝ ਤਾਂ ਤੇਰੀ ਵੀ ਅੱਖ ਸੁਣਿਆ ਹੈ ਸੁਰਮਾ ਨਹੀਂ ਝੱਲਦੀ ਤੇ ਸੁਣਿਆ ਤੇਰੇ ਵੀ ਵਾਲਾਂ ਤੋਂ ਕੰਘੀ ਇੱਤਰ ਭਖਦੀ ਹੈ। ਬਾਰਡਰ। ਮੋਗਾ ਗੋਲੀਕਾਂਡ ਸਮਰਪਿਤ। ਭਰ ਜਾਣਗੇ ਹੁਣ ਧੂੜ ਨਾਲ ਕਸਬਿਆਂ ਦੇ ਸਿਰ। ਫਿਰਨਗੇ ਟਰੱਕ BSF ਦੇ ਪਲੀਆਂ ਹੋਈਆਂ ਜੂਆਂ ਦੇ ਵਾਂਗ।
ਐਤਕੀ ਨਹੀਂ ਆਵੇਗੀ ਸਤ ਵਰਗ ਦਿਆਂ ਫੁੱਲਾਂ 'ਤੇ ਖਿੜਨ ਰੁੱਤ, ਮਿਧਿਆ ਗਿਆ ਘਾਹ ਤੜਫੇਗਾ। ਕਾਲਜਾਂ ਦਿਆਂ ਵਿਹੜਿਆਂ ਵਿੱਚ ਰਾਤ ਦਿਨ ਪਾਉਣਾ ਭ੍ਰਿਸ਼ਟ ਕਰੇਗੀ। ਥਾਣੇ 'ਚ ਲੱਗੀ ਵਾਇਰਲੈਸ। ਦਰਅਸਲ ਇੱਥੇ ਹਰ ਥਾਂ 'ਤੇ ਇੱਕ ਬਾਰਡਰ ਹੈ ਜਿੱਥੇ ਸਾਡੇ ਹੱਕ ਖਤਮ ਹੁੰਦੇ ਹਨ, ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ, ਅਤੇ ਅਸੀਂ ਹਰ ਤਰ੍ਹਾਂ ਆਜ਼ਾਦ ਹਾਂ ਇਸ ਪਾਰ ਗਾਲਾਂ ਕੱਢਣ ਲਈ, ਮੁੱਕੇ ਲਹਿਰਾਉਣ ਲਈ, ਚੋਣਾਂ ਲੜਨ ਲਈ। ਸਤਵਰਗਾਂ ਦੀ ਮੁਸਕਾਨ ਚੁੰਮਣ 'ਤੇ ਕੋਈ ਬੰਦਿਸ਼ ਨਹੀਂ ਇਸ ਪਾਰ, ਅਤੇ ਇਸ ਤੋਂ ਅੱਗੇ ਹੈ ਕਸਬਿਆਂ 'ਚ ਉੱਡਦੀ ਹੋਈ ਧੂੜ, ਪਲੀਆਂ ਹੋਈਆਂ ਜੂਆਂ ਦੇ ਵਾਂਗ ਰੀਂਗਦੇ ਟਰੱਕ BSF ਦੇ। ਸਾਡੇ ਸਮਿਆਂ ਵਿੱਚ ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਭੀ ਹੋਈ ਜੋਗ ਵਾਂਗ, ਅਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਅਤੇ ਧੂਏਂ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਹੀ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ ਸਾਡੇ ਰੋਜ਼ ਘਟਦੇ ਕੱਦਾਂ ਦਿਆਂ ਮੋਹਰਾਂ 'ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ 'ਚ ਪਸਰੇ ਹੋਏ ਰੇਗਿਸਤਾਨ 'ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਹੀ ਸੜਕ 'ਤੇ ਮੱਥੇ 'ਤੇ ਜੰਮਣਾ ਸੀ। ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ ਦੁਸਹਿਰੇ ਦੇ ਮੈਦਾਨ ਅੰਦਰ ਖੁੱਸੀ ਹੋਈ ਸੀਤਾ ਨਹੀਂ, ਬਸ ਤੇਲ ਦੀ ਕੇਨੀ ਮੰਗਦੇ ਹੋਏ ਰਾਵਣ ਸਾਡੇ ਹੀ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ ਕਿ ਦੁਨੀਆ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਨ ਦੇ ਪੌਂਡੇ। ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੁੱਲ ਭੁਲਾਈਆਂ ਵਿੱਚ ਮਿਆਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਮੇਰੇ ਯਾਰੋ, ਇੱਕ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜ਼ਬਰ ਦੀਆਂ ਛਵੀਆਂ ਦੇ ਐਬ ਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੀ ਇਕੱਲੇ ਜਾਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਸਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਣੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁੰਜਰਦੇ ਗੰਧਲੇ ਸਮੁੰਦਰਾਂ 'ਚੋਂ ਇੱਕ ਉਹਨਾਂ ਵਿੰਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜ੍ਹੇ ਹੋਏ ਹੁਸਨ ਦੀਆਂ ਸਰਦਲਾਂ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਉੱਡਦਿਆਂ ਬਾਜ਼ਾਂ ਮਗਰ ਉੱਡ ਗਏ ਹਨ ਬਾਜ਼ ਚੁੰਝਾਂ 'ਚ ਲੈ ਕੇ ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼। ਦੋਸਤੋ, ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ। ਇੱਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ ਲਾਲ ਪਗੜੀਆਂ ਵਾਲੇ ਆਲੋਚਕ ਅਤੇ ਸ਼ੁਰੂ ਕਰ ਦੇਣ ਕਵਿਤਾ ਦੀ ਦਾਦ ਦੇਣੀ, ਇਸ ਤੋਂ ਪਹਿਲਾਂ ਕਿ ਪਸਰ ਜਾਏ ਥਾਣੇ ਦੀ ਨਿੱਤ ਫੈਲਦੀ ਇਮਾਰਤ ਤੁਹਾਡੇ ਪਿੰਡ, ਤੁਹਾਡੇ ਟੱਬਰ ਤੱਕ, ਅਤੇ ਨੱਥੀ ਹੋ ਜਾਏ ਸਵੈਮਾਨ ਦਾ ਕੰਬਦਾ ਹੋਇਆ ਵਰਕਾ ਉਸ ਕਿਰਚ ਮੂੰਹੇ ਮੁਨਸ਼ੀ ਦੇ ਰੋਜ਼ਨਾਮਚੇ ਵਿੱਚ। ਦੋਸਤੋ, ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ। ਇਹ ਤਾਂ ਸਾਰੀ ਉਮਰ ਨਹੀਂ ਲੱਥਣਾ ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ, ਪੈਲੀਆਂ ਵਿੱਚ ਛਿੜਕੇ ਹੋਏ ਲਹੂ ਦਾ ਹਰ ਕਤਰਾ ਵੀ ਇਕੱਠਾ ਕਰਕੇ ਇੰਨਾ ਰੰਗ ਨਹੀਂ ਬਣਨਾ ਕਿ ਚਿੱਤਰ ਲਵਾਂਗੇ ਇੱਕ ਸ਼ਾਂਤ ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ। ਅਤੇ ਹੋਰ ਕੀ, ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ, ਤਾਰਿਆਂ ਦੀ ਗਿਣਤੀ ਨਹੀਂ ਹੋਣੀ, ਕਿਉਂਕਿ ਹੋ ਨਹੀਂ ਸਕਣਾ ਇਹ ਸਭ। ਫਿਰ ਦੋਸਤੋ, ਹੁਣ ਚੱਲਿਆ ਜਾਵੇ ਉੱਡਦਿਆਂ ਬਾਜ਼ਾਂ ਮਗਰ। ਜੇ ਤੁਸੀਂ ਮਾਣੀ ਹੋਵੇ ਗੰਢ 'ਚ ਜੰਮਦੇ ਤੱਤੇ ਗੁੜ ਦੀ ਮਹਿਕ, ਅਤੇ ਤੱਕਿਆ ਹੋਵੇ ਸੁਹਾਗੀ ਹੋਈ ਵੱਤਰ ਭੌਂ ਦਾ, ਚੰਨ ਦੀ ਚਾਨਣੀ ਦਾ ਚਮਕਣਾ, ਤਾਂ ਤੁਸੀਂ ਸਭ ਜ਼ਰੂਰ ਕੋਈ ਚਾਰਾ ਕਰੋ ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ ਜੋ ਲਾਲਾਂ ਸੁੱਟ ਰਹੀ ਹੈ ਸਾਡਿਆਂ ਖੂਹਾਂ ਦੀ ਹਰਿਆਵਲ 'ਤੇ। ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ,
ਤੇ ਨਹੀਂ ਤੱਕੇ ਮੰਡੀ 'ਚ ਸੁੱਕਦੇ ਭਾਅ। ਉਹ ਕਦੇ ਨਹੀਂ ਸਮਝ ਸਕਣ ਲੱਗੇ ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ ਹੁਕਮਰਾਨ ਔਰਤ ਦੀ ਉਸ ਪੈਰੋਂ ਨੰਗੀ ਪਿੰਡ ਦੀ ਸੋਹਣੀ ਕੁੜੀ ਨਾਲ। ਸੁਰਗ ਵਰਗੀ ਜ਼ਿੰਦਗੀ ਵਿੱਚ ਤੁਰਦੇ ਹੋਏ ਜਦ ਪਰਤ ਆਉਂਦੀ ਹੈ, ਆਪਣੀ ਆਵਾਜ਼ ਮੁੜ ਆਪਣੇ ਹੀ ਪਾਸ ਤੇ ਅੱਖਾਂ 'ਚ ਰੜਕਦੇ ਰਹਿੰਦੇ ਬੁੱਢੇ ਬਲਦ ਦੇ ਉਚੜੇ ਹੋਏ ਕੰਨ ਵਰਗੇ ਸੁਫਨੇ ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ ਉਮਰ ਦੇ ਸਭ ਤੋਂ ਹਸੀਨ ਵਰ੍ਹਿਆਂ 'ਤੇ, ਤਾਂ ਕਰਨ ਨੂੰ ਬਸ ਇਹੋ ਬਚਦਾ ਹੈ ਕਿ ਚੱਲਿਆ ਜਾਵੇ ਉੱਡਦਿਆਂ ਬਾਜਾਂ ਮਗਰ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸੱਧਰਾਂ ਲਈ, ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ 'ਤੇ, ਸਿਆੜ ਹੁਣ ਵੀ ਵਗਦੇ ਨੇ ਚੀਕਣੀ ਧਰਤੀ 'ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ, ਸਵਾਲ ਦੇ ਮੋਰਾਂ 'ਤੇ ਚੜ੍ਹ ਕੇ ਅਸੀਂ ਲੜਾਂਗੇ ਸਾਥੀ। ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ 'ਤੇ ਪਏ ਰਟਨਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹੁਣ ਵੇਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖੀਆਂ ਵਾਲੀ ਪਿੰਡ ਦੀ ਅਧਿਆਪਕਾਂ ਦਾ ਪਤੀ ਜਦੋਂ ਤੱਕ ਜੰਗ 'ਚੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ 'ਤੇ ਬਾਧਕ ਹਨ, ਕਿ ਬਾਬੂ ਦਫ਼ਤਰਾਂ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ। ਅਸੀਂ ਲੜਾਂਗੇ ਜਦ ਤੱਕ ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਅਤੇ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ। ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ, ਲੜ ਕੇ ਮਰ ਚੁੱਕਿਆਂ ਦੀ ਯਾਦ ਜਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ। ਰਿਹਾਈ ਇੱਕ ਪ੍ਰਭਾਵ। ਤੁਸੀਂ ਜਦ ਬਾਹਰ ਆਉਂਦੇ ਹੋ ਤਾਂ ਮੁੜ ਕੇ ਰਿੜ੍ਹਨਾ ਤੇ ਸਿੱਖਣਾ ਨਹੀਂ ਪੈਂਦਾ। ਜ਼ੁਬਾਨ ਤੋਤਲੀ ਨਹੀਂ ਹੁੰਦੀ, ਨਾ ਮਾਂ ਦੇ ਦੁੱਧ ਦੀ ਹੀ ਤਲਬ ਹੁੰਦੀ ਹੈ। ਤੁਸੀਂ ਆਸਮਾਨ ਉੱਤੇ ਲਿਖੇ ਨਾਵਾਂ ਵਿੱਚੋਂ ਆਪਣਾ ਨਾਮ ਲੱਭਦੇ ਹੋ। ਹਵਾ ਤਸਦੀਕ ਕਰਦੀ ਹੈ ਤੇ ਪੌਦੇ ਜਸ਼ਨ ਕਰਦੇ ਹਨ। ਇੰਜ ਸ਼ੁਰੂ ਹੁੰਦਾ ਹੈ ਜ਼ਿੰਦਗੀ ਦਾ ਅਲ ਫਿਰ ਤੋਂ। ਫਿਰ ਉਹ ਸੰਘਰਸ਼ ਦੀ ਕਥਾ ਰੂਹ ਨੂੰ ਪਰਚਾਉਣ ਲਈ, ਫਿਰ ਉਹ ਲੋਕਾਂ ਦੀ ਜੰਗਲ ਗਵਾਚ ਜਾਣ ਲਈ, ਫਿਰ ਉਹੀ ਜਿੱਤ ਦੀ ਉਮੀਦ। ਇੰਜ ਸ਼ੁਰੂ ਹੁੰਦਾ ਹੈ ਜ਼ਿੰਦਗੀ ਦਾ ਅਮਲ ਫਿਰ ਤੋਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।